दोस्तों हाजिर ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲੱਖੀ ਅਨਪਲੱਗਡ ਉੱਤੇ ਗੈਂਗਸਟਰ ਟੀਲੂ ਤਾਜਪੁਰੀ ਦੀ ਤਿਹਾੜ ਜੇਲ੍ਹ ਵਿੱਚ ਹੋਈ ਹੱਤਿਆ ਉੱਤੇ ਸੀਰੀਜ਼ ਤੇ ਆਪਣੇ ਵੀਡੀਓਜ਼ ਨੂੰ ਮੈਂ ਇੱਕ ਹੋਰ ਰਿਪੋਰਟ ਅੱਗੇ ਪੋਸਟਪੋਨ ਕਰਦਾ ਪਿਆ ਹਾਂ ਕਿਉਂਕਿ ਸੰਦੀਪ ਨੰਗਲ ਅੰਬੀਆਂ ਕਤਲ ਕੇਸ ਕਬੱਡੀ ਖਿਡਾਰੀ ਗਲੈਡੀਏਟਰ ਕਬੱਡੀ ਦਾ ਕਿਹਾ ਜਾਣ ਵਾਲਾ ਉਹ ਸਿਤਾਰਾ ਜੋ 14 ਮਾਰਚ 2022 ਨੂੰ ਕਤਲ ਕਰਤਾ ਗਿਆ ਸੀ ਜਲੰਧਰ ਜ਼ਿਲ੍ਹੇ ਦੇ ਪਿੰਡ ਮੱਲੀਆਂ ਖੁਰਦ ਵਿਖੇ ਉਸ ਹੱਤਿਆਕਾਂਡ ਦੇ ਵਿੱਚ ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਦੀ ਗ੍ਰਿਫਤਾਰੀ ਦੀ ਖਬਰ ਆ ਚੁੱਕੀ ਹੈ। ਹੁਣ ਤੋਂ ਕੁਝ ਹੀ ਘੰਟੇ ਪਹਿਲਾਂ ਸੁਰਜਨ ਸਿੰਘ ਚੱਠਾ ਨੂੰ ਤੜਕੇ ਸਵੇਰੇ ਜਲੰਧਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਇਸੇ ਕੇਸ ਦੇ ਵਿੱਚ ਸੁਰਜਨ ਸਿੰਘ ਚੱਠਾ, ਸੁੱਖਾ ਮਾਨ ਅਤੇ ਸ਼ੱਬਾ ਥੇੜਾ ਨੂੰ ਨਾਮਜ਼ਦ ਕਰਨ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਸੀ ਉਹ ਤੁਸੀਂ ਚੈਨਲ ਰਿਤੇਸ਼ ਲੱਖੀ ਅਨਪਲੱਗਡ ਉੱਤੇ 1 ਸਤੰਬਰ 2022 ਨੂੰ ਸੁਣੀ ਸੀ। ਸੋ ਅੱਜ ਇਸ ਪੂਰੇ ਦੇ ਪੂਰੇ ਘਟਨਾਕ੍ਰਮ ਉੱਤੇ ਗੱਲਬਾਤ ਕਰਾਂਗੇ। ਸੁਰਜਨ ਸਿੰਘ ਚੱਠਾ ਦੀ ਇਸ ਗ੍ਰਿਫਤਾਰੀ ਨੇ ਕਬੱਡੀ ਜਗਤ ਦੇ ਵਿੱਚ ਇੱਕ ਬਹੁਤ ਵੱਡੀ ਤੜਥੱਲੀ ਮਚਾਤੀ ਹੈ। ਤੜਥੱਲੀ ਤਾਂ ਖੈਰ ਉਸੇ ਦਿਨ ਮਚ ਗਈ ਸੀ ਜਿਸ ਦਿਨ ਇਹ ਖਬਰ ਆਪਾਂ ਨਸ਼ਰ ਕੀਤੀ ਸੀ ਕਿ ਸੁਰਜਨ ਸਿੰਘ ਚੱਠਾ, ਸੁੱਖਾ ਮਾਨ ਅਤੇ ਸ਼ੱਬਾ ਥੇੜਾ ਇਸ ਕੇਸ ਦੇ ਵਿੱਚ ਬੁੱਕ ਕਰ ਲਏ ਗਏ ਨੇ ਐਜ਼ ਕੋ ਅਕਿਊਜ਼ਡ। ਉਹਨਾਂ ਨੂੰ ਸੰਦੀਪ ਨੰਗਲ ਅੰਬੀਆਂ ਕੇਸ ਦੇ ਵਿੱਚ ਮਈ ਜਾਂ ਜੂਨ ਦੇ ਮਹੀਨੇ ਦੇ ਵਿੱਚ ਨੋਮੀਨੇਟ ਕੀਤਾ ਗਿਆ ਸੀ, ਲੇਕਿਨ ਇਹ ਜਿਹੜੀਆਂ ਜਾਣਕਾਰੀਆਂ ਸੀ ਪੁਲਿਸ ਨੇ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਜਨਤਕ ਪੱਧਰ ਉੱਤੇ ਨਸ਼ਰ ਨਹੀਂ ਸੀ ਕੀਤੀਆਂ ਗਈਆਂ। ਸੋ ਅਦਾਲਤ ਦੇ ਵਿੱਚ ਜਦੋਂ ਕਾਰਵਾਈ ਚੱਲਦੀ ਪਈ ਸੀ ਉਸ ਅਦਾਲਤੀ ਰਿਕਾਰਡ ਦਾ ਹਵਾਲਾ ਦੇ ਕੇ ਮੈਂ 1 ਸਤੰਬਰ 2022 ਨੂੰ ਰਿਪੋਰਟ ਬਣਾਈ ਸੀ ਜਿਸ ਦੌਰਾਨ ਇਹ ਖੁਲਾਸਾ ਆਪਾਂ ਕੀਤਾ ਸੀ। ਉਸ ਤੋਂ ਬਾਅਦ ਕਈ ਪ੍ਰਤੀਕਰਮ ਵੇਖਣ ਵਿੱਚ ਮਿਲੇ, ਲੋਕਾਂ ਨੇ ਸਵਾਲ ਵੀ ਚੁੱਕੇ। ਈਵਨ ਸੁੱਖਾ ਮਾਨ ਵਰਗੇ ਜਿਹੜੇ ਲੋਕ ਹੈਗੇ ਨੇ ਇਹ ਕਈ ਹੋਰ ਚੈਨਲਾਂ ਦੇ ਉੱਤੇ ਬੈਠ ਕੇ, ਕਿਉਂਕਿ ਮੇਰੇ ਵੱਲੋਂ ਸਭ ਨੂੰ ਪੇਸ਼ਕਸ਼ ਕੀਤੀ ਗਈ ਸੀ, ਸੁਰਜਨ ਸਿੰਘ ਚੱਠਾ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਸ਼ੱਬਾ ਥੇੜਾ ਦੇ ਨਾਲ ਜਿਹੜੀ ਇੰਟਰਵਿਊ ਸੀ ਉਹ ਮੈਂ ਸਤੰਬਰ ਦੇ ਮਹੀਨੇ ਦੇ ਵਿੱਚ ਹੀ ਪ੍ਰਸਾਰਿਤ ਕੀਤੀ ਸੀ, ਤੁਸੀਂ ਉਸ ਇੰਟਰਵਿਊ ਨੂੰ ਸੁਣਿਆ ਵੀ। ਲੇਕਿਨ ਉਸ ਵਕਤ ਬਹੁਤ ਵੱਡੇ ਸਵਾਲ ਖੜੇ ਕੀਤੇ ਗਏ ਸੀ ਕਿ ਕਿਸੇ ਵੀ ਪੁਲਿਸ ਨੇ ਬਿਆਨ ਨਹੀਂ ਦਿੱਤਾ, ਕਿਸੇ ਵੀ ਮੀਡੀਆ ਦੇ ਵਿੱਚ ਪ੍ਰੈਸ ਕਾਨਫਰੰਸ ਜਾਂ ਇੰਟਰਵਿਊ ਦੀ ਸ਼ਕਲ ਦੇ ਵਿੱਚ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਦੇ ਕਿਸੇ ਵੀ ਨੁਮਾਇੰਦੇ ਨੇ ਇਹ ਤਿੰਨ ਜਿਹੜੇ ਵੱਡੇ ਅਹੁਦੇਦਾਰ ਮੰਨੇ ਗਏ ਹੈਗੇ ਨੇ ਕਬੱਡੀ ਦੇ, ਕਿਉਂਕਿ ਰਾਇਲ ਜਿਹੜਾ ਕਿੰਗਸ ਕਲੱਬ ਕਬੱਡੀ ਦਾ ਅਮਰੀਕਾ ਦਾ ਹੈ ਉਸ ਨੂੰ ਸ਼ੱਬਾ ਥੇੜਾ ਲੀਡ ਕਰਦੇ ਨੇ। ਓਨਟਾਰੀਓ ਦੀ ਜਿਹੜੀ ਕਬੱਡੀ ਦੀ ਫੈਡਰੇਸ਼ਨ ਹੈ ਉਸ ਦੇ ਨਾਲ ਜੁੜੇ ਹੋਏ ਪਹਿਲਾਂ ਹੀ ਆਪਾਂ ਜ਼ਿਕਰ ਕੀਤਾ ਕਿ ਸਨੋਵਰ ਢਿੱਲੋਂ ਇਸ ਕੇਸ ਦੇ ਵਿੱਚ ਨਾਮਜ਼ਦ ਸਨ। ਸੁੱਖਾ ਮਾਨ ਜਿਹੜੇ ਵਰਲਡ ਕਬੱਡੀ ਡੋਪਿੰਗ ਕਮੇਟੀ ਦੇ ਪ੍ਰਧਾਨ ਵੀ ਰਹੇ ਹੈਗੇ ਨੇ ਤੇ ਖੁਦ ਸੁਰਜਨ ਚੱਠਾ ਇਹ ਤਾਂ ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਹੈਗੇ ਨੇ। ਸੋ ਇਹ ਸਾਰਿਆਂ ਦੀ ਨਾਮਜ਼ਦਗੀ ਨੂੰ ਲੈ ਕੇ ਬੜੇ ਸੰਸ਼ੇ ਕ੍ਰੀਏਟ ਹੋਏ ਤੇ ਸਵਾਲ ਵੀ ਚੁੱਕੇ ਗਏ, ਲੇਕਿਨ ਆਹਿਸਤਾ ਆਹਿਸਤਾ ਲੋਕਾਂ ਨੂੰ ਸਮਝ ਆ ਚੁੱਕਾ ਸੀ ਕਿ ਪੁਲਿਸ ਨੇ ਇਹਨਾਂ ਨੂੰ ਇਹਨਾਂ ਕੇਸਾਂ ਦੇ ਵਿੱਚ ਨੋਮੀਨੇਟ ਕਰ ਲਿਆ। ਲੇਕਿਨ ਅੱਜ ਦੀ ਵੀਡੀਓ ਰਿਪੋਰਟ ਦੇ ਵਿੱਚ ਜਿੱਥੇ ਆਪਾਂ ਪੰਜਾਬ ਪੁਲਿਸ ਦੀ ਇਸ ਕਾਰਵਾਈ ਜੋ ਕਿ ਦੇਰ ਤੇ ਦੁਰਸਤ ਕਾਰਵਾਈ ਕਹੀ ਜਾ ਸਕਦੀ, ਯਾਨੀ ਕਿ ਦੇਰ ਨਾਲ ਹੋਈ ਲੇਕਿਨ ਦੁਰਸਤ ਕਾਰਵਾਈ ਹੈ ਕਿਉਂਕਿ ਫਾਈਨਲੀ ਕਾਰਵਾਈ ਹੋਈ। ਲੇਕਿਨ ਅੱਜ ਦਾ ਵੱਡਾ ਵਿਸ਼ਾ ਹੈ ਕਿ ਇਹ ਕਾਰਵਾਈ ਉਸ ਵਕਤ ਹੋ ਰਹੀ ਹੈ ਜਦੋਂ ਕਿ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਜੋ ਕਿ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਹੋਰਾਂ ਦੀ ਮੌਤ ਤੋਂ ਬਾਅਦ ਇੱਕ ਦੁਬਾਰਾ ਬਾਈ ਇਲੈਕਸ਼ਨ ਹੋ ਰਹੀ ਹੈ, ਉਸ ਤੋਂ ਕੁਝ ਹੀ ਦਿਨ ਪਹਿਲਾਂ ਹੋ ਰਹੀ ਹੈ। 14 ਮਾਰਚ 2022 ਦੇ ਹੋਏ ਕਤਲ ਜਿਸ ਵਿੱਚ ਕਿ ਤੁਸੀਂ ਜੂਨ ਦੇ ਮਹੀਨੇ ਤੱਕ ਇਹ ਲੋਕਾਂ ਨੂੰ, ਇਹਨਾਂ ਅਹੁਦੇਦਾਰਾਂ ਨੂੰ ਨਾਮਜ਼ਦ ਕਰ ਚੁੱਕੇ ਸੀ, ਇਹਨਾਂ ਖਿਲਾਫ ਕਾਰਵਾਈ ਕਰਨ ਲਈ ਤੁਹਾਨੂੰ 4 ਮਈ 2023 ਤੱਕ ਦਾ ਇੰਤਜ਼ਾਰ ਕਿਉਂ ਕਰਨਾ ਪੈਂਦਾ ਹੈ? ਅੱਜ ਆਪਾਂ ਇਸ ਉੱਤੇ ਵੀ ਇੱਕ ਸਵਾਲ ਚੁੱਕਾਂਗੇ। ਆਪਾਂ ਸਾਰੇ ਜਾਣਦੇ ਹਾਂ ਕਿ ਜ਼ਿਮਨੀ ਚੋਣਾਂ ਤੋਂ ਪਹਿਲਾਂ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਪੰਜਾਬ ਸਰਕਾਰ ਲੱਗੀ ਹੋਈ ਹੈ। ਮੈਂ ਕਹਿੰਦਾ ਕਿ ਇਸ ਕੇਸ ਦੇ ਵਿੱਚ ਇਹ ਜਿਹੜੇ ਅਹੁਦੇਦਾਰਾਂ ਤੇ ਇਨਵੈਸਟੀਗੇਸ਼ਨ ਜੁਆਇਨ ਕਰਨ ਦੀ ਗੱਲਬਾਤ ਸੀ। ਅਸੀਂ ਕਦੇ ਵੀ ਇਸ ਚੀਜ਼ ਦੇ ਹਾਮੀ ਨਹੀਂ ਰਹੇ ਹਾਂ ਕਿ ਜੇ ਕਿਸੇ ਪੀੜਤ ਦਾ ਪਰਿਵਾਰ ਕਿਸੇ ਸ਼ਖਸ ਦਾ ਨਾਂ ਲੈ ਦਿੰਦਾ ਹੈ ਤੇ ਉਸ ਸ਼ਖਸ ਨੂੰ ਕਿਸੇ ਅਪਰਾਧਿਕ ਮਾਮਲੇ ਦੇ ਵਿੱਚ ਨੋਮੀਨੇਟ ਕਰ ਲਿਆ ਜਾਂਦਾ ਹੈ ਤਾਂ ਉਸ ਦੀ ਧਰਪਕੜ ਨੈਸੈਸਰੀਲੀ ਕੀਤੀ ਜਾਣੀ ਚਾਹੀਦੀ ਹੈ, ਉਸ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਬੁਲਾਉਣਾ ਚਾਹੀਦਾ ਹੈ, ਉਸ ਤੋਂ ਪੁੱਛਗਿੱਛ ਹੋਣੀ ਚਾਹੀਦੀ ਹੈ। ਜੇ ਤਸੱਲੀ ਬਖਸ਼ ਉਹ ਜਵਾਬ ਨਹੀਂ ਦੇ ਪਾਉਂਦਾ ਉਸ ਤੋਂ ਬਾਅਦ ਉਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਲੇਕਿਨ ਜਿਸ ਤਰੀਕੇ ਦੇ ਵੀਡੀਓਜ਼ ਇਸ ਵਕਤ ਮੀਡੀਆ ਦੇ ਵਿੱਚ ਆਏ ਨੇ, ਖਾਸ ਕਰਕੇ ਸੁਰਜਨ ਚੱਠਾ ਦੀ ਗ੍ਰਿਫਤਾਰੀ ਕਿਸ ਤਰੀਕੇ ਦੇ ਨਾਲ ਖਿੱਚ ਤੂ ਕਰਕੇ ਪੁਲਿਸ ਅਫਸਰ ਉਸ ਨੂੰ ਲਿਜਾਂਦੇ ਹੋਏ ਨਜ਼ਰ ਆ ਰਹੇ ਨੇ, ਤਾਂ ਸਵਾਲ ਇਹ ਖੜੇ ਹੁੰਦੇ ਨੇ ਕਿ ਕੀ ਜ਼ਿਮਨੀ ਚੋਣਾਂ ਤੋਂ ਪਹਿਲਾਂ ਇਸ ਤਰੀਕੇ ਦਾ ਇੱਕ ਜਿਹੜਾ ਐਕਸਰਸਾਈਜ਼ ਕਰਨਾ ਇਹ ਬਣਦਾ ਸੀ, ਫੱਬਦਾ ਸੀ? ਸਵਾਲ ਇਸ ਵਾਸਤੇ ਨਹੀਂ ਖੜਾ ਹੋ ਰਿਹਾ ਕਿਉਂਕਿ ਜ਼ਿਮਨੀ ਚੋਣ ਸਾਹਮਣੇ ਹੈ, ਸਵਾਲ ਇਸ ਵਾਸਤੇ ਖੜਾ ਹੋ ਰਿਹਾ ਕਿਉਂਕਿ ਕਈ ਮਹੀਨਿਆਂ ਦਾ ਡੀਲੇ ਹੈ। ਘੱਟੋ ਘੱਟ 8 ਤੋਂ 9 ਮਹੀਨੇ ਸੁਰਜਨ ਸਿੰਘ ਚੱਠਾ ਪੰਜਾਬ ਦੇ ਵਿੱਚ ਹੀ ਰਹੇ ਨੇ, ਉਹ ਜ਼ਿਆਦਾਤਰ ਸਮਾਂ ਇੰਡੀਆ ਵਿੱਚ ਰਹੇ। ਉਹਨਾਂ ਦੇ ਹੋਣ ਦੀ, ਉਹਨਾਂ ਦੀ ਅਲੱਗ-ਅਲੱਗ ਲੋਕੇਸ਼ਨਸ ਦੀਆਂ ਜਾਣਕਾਰੀਆਂ ਸੰਦੀਪ ਨੰਗਲ ਅੰਬੀਆਂ ਦੀ ਧਰਮ ਪਤਨੀ ਰੁਪਿੰਦਰ ਕੌਰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਚੈਨਲ ਰਿਤੇਸ਼ ਲੱਖੀ ਅਨਪਲੱਗਡ ਉੱਤੇ ਗੱਲਾਂ ਬਾਤਾਂ ਕੀਤੀਆਂ। ਇਨਫੈਕਟ ਜਿਸ ਵਕਤ ਰੁਪਿੰਦਰ ਕੌਰ ਨੇ ਇਸ ਚੀਜ਼ ਦੀ ਮੰਗ ਚੁੱਕੀ ਉਹ ਦੁਹਾਈਆਂ ਪਾ ਰਹੇ ਸੀ ਕਿ ਇਹ 3 ਅਹੁਦੇਦਾਰਾਂ ਤੋਂ ਪੁੱਛ ਪੜਤਾਲ ਹੋਵੇ, ਇਹਨਾਂ ਨੂੰ ਇਸ ਕੇਸ ਦੀ ਤਫਤੀਸ਼ ਦੇ ਦਾਇਰੇ ਵਿੱਚ ਲਿਆ ਜਾਵੇ। ਉਹਨਾਂ ਨੂੰ ਖੁਦ ਨੂੰ ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀ, ਇਸ ਚੀਜ਼ ਦੀ ਜਾਣਕਾਰੀ ਨਹੀਂ ਸੀ। ਕਿਸੇ ਵੀ ਤਫਤੀਸ਼ੀ ਅਫਸਰ ਨੇ, ਪੁਲਿਸ ਦੀਆਂ ਟੀਮਾਂ ਨੇ, ਪੁਲਿਸ ਅਧਿਕਾਰੀ ਜਿਹੜੇ ਕਿ ਪੜਤਾਲਾਂ ਵਿੱਚ ਇਨਵੋਲਵ ਸੀ
ਉਹਨਾਂ ਨੇ ਰੁਪਿੰਦਰ ਕੌਰ ਤੇ ਉਹਨਾਂ ਦੇ ਪਰਿਵਾਰ ਯਾਨੀ ਕਿ ਸੰਦੀਪ ਨੰਗਲ ਅੰਬੀਆਂ ਦੇ ਭਰਾ ਉਹਨਾਂ ਦੇ ਪਰਿਵਾਰ ਨੂੰ ਇੱਥੋਂ ਤੱਕ ਜਾਣਕਾਰੀ ਨਹੀਂ ਸੀ ਦਿੱਤੀ ਕਿ ਇਹਨਾਂ ਤਿੰਨਾਂ ਅਹੁਦੇਦਾਰਾਂ ਨੂੰ ਕੇਸ ਦੇ ਵਿੱਚ ਨਾਮਜ਼ਦ ਕਰ ਲਿਆ ਗਿਆ। ਸੋ ਬਹੁਤ ਹੀ ਚੁੱਪ-ਚੁਪੀਤੇ ਇੱਕ ਸ਼ਾਂਤਮਈ ਢੰਗ ਦੇ ਨਾਲ ਪੁਲਿਸ ਨੇ ਕਾਰਵਾਈ ਕੀਤੀ। ਇਸ ਨੂੰ ਸ਼ਾਂਤਮਈ ਨਹੀਂ ਕਹਾਂਗੇ ਬਲਕਿ ਲੁਕਾ ਛੁਪਾ ਕੇ ਇਹਨਾਂ ਦੀ ਨਾਮਜ਼ਦਗੀ ਹੋਈ ਤਾਂ ਕਿ ਮੀਡੀਆ ਦੇ ਵਿੱਚ ਕੋਈ ਖਬਰਾਂ ਨਾ ਨਸ਼ਰ ਹੋਣ ਤੇ ਪਬਲਿਕ ਪੱਧਰ ਉੱਤੇ ਦੁਨੀਆ ਭਰ ਦੇ ਵਿੱਚ ਕਬੱਡੀ ਜਗਤ ਦੇ ਵਿੱਚ ਇੱਕ ਜਿਹੜੀ ਸਨਸਨੀ ਪੈਦਾ ਹੋਣੀ ਸੀ ਇਸ ਖਬਰ ਨੇ ਉਹ ਲੀਕ ਨਾ ਹੋਵੇ, ਪਬਲਿਕ ਨਾ ਹੋਵੇ। ਸੋ ਪੁਲਿਸ ਨੇ ਹਰ ਉਹ ਸੰਭਵ ਕੋਸ਼ਿਸ਼ ਕੀਤੀ ਕਿ ਇਹਨਾਂ ਟੌਪ ਦੇ ਅਹੁਦੇਦਾਰਾਂ ਦੀ ਨਾਮਜ਼ਦਗੀ ਨੂੰ ਲੈ ਕੇ ਜਾਣਕਾਰੀ ਦੇ ਵੇਰਵੇ ਪਰਿਵਾਰ ਦੇ ਨਾਲ ਵੀ ਸਾਂਝੇ ਨਾ ਕੀਤੇ ਜਾਣ। ਜਨਤਕਤਾ ਸਾਂਝੇ ਕਰਨੇ ਵੇਰਵੇ ਬਹੁਤ ਦੂਰ ਦੀ ਗੱਲਬਾਤ ਸੀ। ਲੇਕਿਨ 1 ਸਤੰਬਰ ਨੂੰ ਮੇਰੀ ਪ੍ਰਕਾਸ਼ਿਤ ਰਿਪੋਰਟ ਦੇ ਵਿੱਚ ਜਦੋਂ ਖੁਲਾਸਾ ਕਰਤਾ ਜਾਂਦਾ ਉਸ ਤੋਂ ਬਾਅਦ ਕਬੱਡੀ ਜਗਤ ਦੇ ਵਿੱਚ ਕਈ ਕਿਸਮ ਦੀ ਕਿਆਸ ਸ਼ੁਰੂ ਹੁੰਦੇ ਨੇ। ਲੇਕਿਨ ਉਸ ਤੋਂ ਆਉਣ ਵਾਲੇ ਕਈ ਮਹੀਨੇ ਅਜਿਹੇ ਸਨ ਜਿਸ ਦੌਰਾਨ ਇਹਨਾਂ ਅਹੁਦੇਦਾਰਾਂ ਤੋਂ ਨਾ ਤਾਂ ਇਹਨਾਂ ਨੂੰ ਥਾਣਿਆਂ ਦੇ ਵਿੱਚ ਸ਼ਾਇਦ ਬੁਲਾ ਕੇ ਇਹਨਾਂ ਤੋਂ ਪੁੱਛਗਿੱਛ ਦੀ ਲੋੜ ਮਹਿਸੂਸ ਕੀਤੀ ਗਈ, ਨਾ ਹੀ ਪੁਲਿਸ ਅਧਿਕਾਰੀਆਂ ਨੇ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ। ਤਫਤੀਸ਼ੀ ਅਧਿਕਾਰੀਆਂ ਨੇ ਕਿਹੜੀ ਪੁੱਛਗਿੱਛ ਇਹਨਾਂ ਤੋਂ ਕੀਤੀ, ਪਰਿਵਾਰ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਤੇ ਕੁਝ ਹਫ਼ਤੇ ਜਾਂ ਮਹੀਨੇ ਪਹਿਲਾਂ ਤੱਕ ਰੁਪਿੰਦਰ ਕੌਰ ਲਗਾਤਾਰ ਇਸ ਚੀਜ਼ ਨੂੰ ਲੈ ਕੇ ਸੰਘਰਸ਼ ਕਰਦੇ ਰਹੇ ਨੇ ਕਿ ਸੱਬਾ ਥਿਆੜਾ ਹੋਣ ਜਾਂ ਫਿਰ ਸੁਰਜਨ ਚੱਠਾ ਹੋਣ ਜਾਂ ਫਿਰ ਸੁੱਖਾ ਮਾਨ ਹੋਣ, ਇਹਨਾਂ ਦੇ ਖਿਲਾਫ ਕਾਰਵਾਈ ਕਦੋਂ ਹੋਏਗੀ। ਯਾਨੀ ਕਿ ਇੱਥੋਂ ਇਹ ਚੀਜ਼ ਤਾਂ ਸਪਸ਼ਟ ਹੁੰਦੀ ਹੈ ਕਿ ਪੁਲਿਸ ਨੇ, ਜਾਂਚ ਅਧਿਕਾਰੀਆਂ ਨੇ ਸ਼ਾਮਲੇ ਤਫਤੀਸ਼ ਇਹਨਾਂ ਅਹੁਦੇਦਾਰਾਂ ਨੂੰ ਕਰਨ ਲਈ, ਖਾਸ ਕਰਕੇ ਸੁਰਜਨ ਚੱਠਾ ਜੋ ਕਿ ਇਹਨਾਂ तमाम ਮਹੀਨਿਆਂ ਦੌਰਾਨ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਰਹਿ ਰਹੇ ਸਨ, ਵਿਚਰ ਰਹੇ ਸਨ, ਉਹਨਾਂ ਦਾ ਇੱਕ ਚੰਗਾ ਰਾਬਤਾ ਪਹਿਲਾਂ ਤੋਂ ਹੀ ਜਲੰਧਰ ਇਲਾਕੇ ਦੇ ਪੁਲਿਸ ਅਫਸਰਾਂ ਦੇ ਨਾਲ ਰਿਹਾ ਹੈ। ਜਿਹੜੇ ਉਤਲੇ ਅਹੁਦਿਆਂ ਤੇ ਬੈਠੇ ਜਿਹੜੇ ਪੁਲਿਸ ਅਫਸਰ ਸਨ, ਇਹਨਾਂ ਦੇ ਨਾਲ ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਜਨ ਚੱਠਾ ਦੇ ਬਹੁਤ ਹੀ ਚੰਗੇ ਸੰਬੰਧ ਰਹੇ ਹੈਗੇ ਨੇ। ਸ਼ਾਇਦ ਇਹੀ ਕਾਰਨ ਸੀ ਕਿ ਇਹਨਾਂ ਤੋਂ ਕਦੇ ਪੁੱਛਗਿੱਛ ਨਹੀਂ ਕੀਤੀ ਗਈ, ਇਹਨਾਂ ਤੋਂ ਕਦੇ ਕੋਈ ਪੜਤਾਲ ਨਹੀਂ ਹੋਈ, ਇਹਨਾਂ ਨੂੰ ਸ਼ਾਮਲੇ ਤਫਤੀਸ਼ ਉਸ ਪੱਧਰ ਉੱਤੇ ਕਰਵਾਇਆ ਗਿਆ ਨਹੀਂ ਕਰਵਾਇਆ ਗਿਆ, ਇਸ ਬਾਰੇ ਪੁਲਿਸ ਨੇ ਕੋਈ ਵੇਰਵੇ ਸਾਂਝੇ ਨਹੀਂ ਕੀਤੇ। ਤੇ ਰੁਪਿੰਦਰ ਕੌਰ ਨੂੰ ਸੜਕਾਂ ਦੇ ਉੱਤੇ ਆ ਕੇ ਮੰਚਾਂ ਤੋਂ ਪਬਲਿਕ ਸੰਬੋਧਨਾਂ ਦੇ ਜ਼ਰੀਏ ਆਪਣੀ ਉਸ ਦੁਖੜੇ ਨੂੰ ਰੋਣਾ ਪਿਆ। ਤਮਾਮ ਵੱਡੇ ਤੇ ਕ੍ਰਿਟੀਕਲ ਕੇਸਿਸ ਜਿਹੜੇ ਕਿ ਸੈਂਸਿਟਿਵ ਹੁੰਦੇ ਨੇ ਉਹਨਾਂ ਵਿੱਚ ਆਪਾਂ ਵੱਡੇ ਅਹੁਦੇਦਾਰਾਂ, ਪੁਲਿਸ ਅਫਸਰਾਂ ਤੇ ਲੀਡਰਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਹੈ ਕਿ ਦ ਲਾਅ ਸ਼ੁਡ ਟੇਕ ਇਟਸ ਓਨ ਕੋਰਸ, ਯਾਨੀ ਕਿ ਕਾਨੂੰਨ ਆਪਣਾ ਕੰਮ ਕਰੇ, ਕਾਨੂੰਨ ਆਪਣਾ ਰਸਤਾ ਖੁਦ ਲਏਗਾ, ਕੋਈ ਇੰਟਰਫੇਰੈਂਸ ਨਹੀਂ ਹੋਏਗੀ। ਲੇਕਿਨ ਇਹਨਾਂ ਕੇਸਾਂ ਦੇ ਵਿੱਚ ਕੀ ਜ਼ਿਮਨੀ ਚੋਣ ਆਉਣ ਤੱਕ ਦੀ ਇੰਤਜ਼ਾਰ ਸਰਕਾਰ ਕਰਦੀ ਰਹੀ। ਇਸ ਕੇਸ ਦੇ ਵਿੱਚ ਤਫਤੀਸ਼ੀ ਏਜੰਸੀਆਂ ਜੋ ਕਿ ਕਈ ਮਹੀਨੇ ਇੱਕ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਸੀ, ਉਹਨਾਂ ਨੂੰ ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ ਦੀ ਮੌਤ ਤੋਂ ਬਾਅਦ ਹੋਣ ਵਾਲੀ ਇਸ ਜ਼ਿਮਨੀ ਚੋਣ ਤੋਂ ਕੁਝ ਹੀ ਦਿਨ ਪਹਿਲਾਂ ਇਸ ਕਾਰਵਾਈ ਕਰਨ ਦੀ ਕੀ ਕਾਹਲੀ ਸੀ, ਇੱਕ ਬੜਾ ਵੱਡਾ ਸਵਾਲ ਹੈ। ਤੁਸੀਂ ਕਹਿ ਸਕਦੇ ਹੋ ਕਿ ਆਪਾਂ ਇੱਕ ਪਾਸੇ ਤਾਂ ਡਿਮਾਂਡ ਕਰਦੇ ਹਾਂ ਕਿ ਸੁਰਜਨ ਸਿੰਘ ਚੱਠਾ ਜਾਂ ਫਿਰ ਅਹੁਦੇਦਾਰਾਂ ਦੇ ਖਿਲਾਫ ਕਾਰਵਾਈ ਹੋਵੇ, ਲੇਕਿਨ ਦੂਸਰੇ ਪਾਸੇ ਆਪਾਂ ਸਵਾਲ ਚੁੱਕ ਰਹੇ ਹਾਂ। ਸਵਾਲ ਟਾਈਮਿੰਗ ਦੇ ਉੱਤੇ ਉੱਠਦਾ ਪਿਆ। ਤੁਸੀਂ ਸਮੇਂ ਰਹਿੰਦਿਆਂ ਲੋੜ ਦੇ ਮੁਤਾਬਕ ਜਦੋਂ ਆਪਣੀ ਕਾਰਵਾਈ ਨਹੀਂ ਕੰਮ ਕਰਦੇ ਹੋ, ਆਪਣੀ ਜਿਹੜਾ ਰਾਜ ਧਰਮ ਹੈ, ਚਾਹੇ ਉਹ ਸਰਕਾਰ ਦੀ ਗੱਲ ਹੋਵੇ ਜਾਂ ਕੋਈ ਅਫਸਰ ਜੋ ਕਿ ਕਿਸੇ ਵੀ ਅਹੁਦੇ ਉੱਤੇ ਬੈਠਾ ਹੋਵੇ, ਜਦੋਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ ਦੇ ਨਾਲ, ਪੂਰੀ ਇਮਾਨਦਾਰੀ ਦੇ ਨਾਲ ਸਮੇਂ ਰਹਿੰਦਿਆਂ ਹੋਇਆ ਨਹੀਂ ਕਰਦਾ ਤੇ ਸਿਆਸੀ ਮੌਕਿਆਂ ਦੀ, ਸਿਆਸੀ ਮਕਸਦਾਂ ਦੀ ਤੇ ਉਹਨਾਂ ਸਮਿਆਂ ਦੀ ਇੰਤਜ਼ਾਰ ਕਰਦਾ ਹੈ ਜਦੋਂ ਕਿ ਉਸ ਨੂੰ ਉਸਦਾ ਸਭ ਤੋਂ ਜ਼ਿਆਦਾ ਸਿਆਸੀ ਲਾਹਾ ਮਿਲ ਸਕੇ, ਤਾਂ ਫਿਰ ਸਵਾਲ ਉੱਠਦੇ ਹੈਗੇ ਨੇ, ਸਵਾਲ ਬਣਦੇ ਹੈਗੇ ਨੇ ਤੇ ਅਸੀਂ ਉਹ ਸਵਾਲ ਪੁੱਛਾਂਗੇ। ਜਲੰਧਰ ਲੋਕ ਸਭਾ ਸੀਟ ਲਈ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਂ, ਕੁਝ ਦਿਨ ਪਹਿਲਾਂ ਹੋਈ ਇਸ ਕਾਰਵਾਈ ਉੱਤੇ ਸਵਾਲ ਇਸ ਵਾਸਤੇ ਵੀ ਬਣਦਾ ਹੈ ਕਿਉਂਕਿ ਇਸੇ ਜ਼ਿਮਨੀ ਚੋਣ ਤੋਂ ਕੁਝ ਹੀ ਦਿਨ ਪਹਿਲਾਂ ਪ੍ਰਚਾਰ ਦੇ ਵਿੱਚ ਉਤਰਨ ਜਾ ਰਹੇ ਨੇ ਸਰਦਾਰ ਬਲਕੌਰ ਸਿੰਘ, ਸਿੱਧੂ ਮੂਸੇਵਾਲਾ ਦੇ ਪਿਤਾ। ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਇਸ ਚੋਣ ਅਖਾੜੇ ਦੇ ਵਿੱਚ ਜਾਣਾ ਇੱਕ ਬਹੁਤ ਹੀ ਕ੍ਰਿਟੀਕਲ ਪੁਆਇੰਟ ਸੀ ਕਿਉਂਕਿ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਅਜੇ ਤੱਕ ਨਾ ਹੋਇਆ ਇਨਸਾਫ ਤੇ ਛੋਟੇ-ਮੋਟੇ ਬੰਦੇ ਫੜ ਲਏ ਗਏ ਨੇ, ਲੇਕਿਨ ਵੱਡੇ ਸਾਜ਼ਿਸ਼ਕਾੜੇ ਕਿੱਥੇ ਨੇ, ਮਿਊਜ਼ਿਕ ਜਗਤ ਨਾਲ ਜੁੜੇ ਹੋਏ ਲੋਕਾਂ ਖਿਲਾਫ ਕੀ ਕਾਰਵਾਈ ਹੋਈ ਹੈ, ਮੇਨ ਜਿਹੜਾ ਗੈਂਗਸਟਰ ਗੋਲਡੀ ਬਰਾੜ ਹੈ ਉਸ ਨੂੰ ਕੈਨੇਡਾ ਤੋਂ ਗ੍ਰਿਫਤਾਰ ਕਰਨ ਦੇ ਵਿੱਚ ਸਰਕਾਰ ਤੇ ਪੁਲਿਸ ਕਿਉਂ ਕਾਮਯਾਬ ਨਹੀਂ ਹੈਗੀ, ਤੇ ਉਹ ਅਹੁਦੇਦਾਰ ਜੋ ਕਿ ਸਰਕਾਰ ਦੇ ਵਿੱਚ ਹੀ, ਸਰਕਾਰ ਦਾ ਹਿੱਸਾ ਇਸ ਵਕਤ ਹੈਗੇ ਨੇ ਜਿਨ੍ਹਾਂ ਨੇ ਸੁਰੱਖਿਆ ਦੀਆਂ ਡਿਟੇਲਸ ਲੀਕ ਕੀਤੀਆਂ, ਉਹਨਾਂ ਦੇ ਖਿਲਾਫ ਅੱਜ ਤੱਕ ਕੀ ਕਾਰਵਾਈ ਕੀਤੀ ਗਈ ਹੈ। ਇਹ तमाम ਉਹ ਸਵਾਲ ਹੈਗੇ ਨੇ ਜਿਨ੍ਹਾਂ ਨੂੰ ਲੈ ਕੇ ਸਰਦਾਰ ਬਲਕੌਰ ਸਿੰਘ ਇਸ ਵਕਤ ਜਲੰਧਰ ਦੇ ਜ਼ਿਮਨੀ ਚੋਣ ਤੋਂ ਪਹਿਲਾਂ ਜੇ ਪਬਲਿਕ ਮੰਚ ਤੇ ਆਉਂਦੇ ਨੇ ਤਾਂ ਸਰਕਾਰ ਲਈ ਕਈ ਦਿੱਕਤਾਂ ਖੜੀਆਂ ਹੋ ਸਕਦੀਆਂ ਨੇ। ਉਸੇ ਸਥਿਤੀ ਦੇ ਵਿੱਚ ਆਪਾਂ ਕਈ ਮੰਚਾਂ ਦੇ ਉੱਤੋਂ ਸਰਦਾਰ ਬਲਕੌਰ ਸਿੰਘ ਅਤੇ ਰੁਪਿੰਦਰ ਕੌਰ, ਸੰਦੀਪ ਨੰਗਲ ਅੰਬੀਆਂ ਦੀ ਜਿਹੜੇ ਧਰਮ ਪਤਨੀ ਹੈਗੇ ਨੇ, ਉਹਨਾਂ ਨੂੰ ਇਕੱਠੇ ਵੀ ਦੇਖਿਆ ਹੈ, ਮੰਚ ਸਾਂਝੇ ਕਰਦੇ ਹੋਏ ਵੀ ਉਹਨਾਂ ਨੂੰ ਵੇਖਿਆ ਗਿਆ ਤੇ ਉਹਨਾਂ ਨੂੰ ਆਪਸ ਦੇ ਵਿੱਚ ਇੰਗਲੈਂਡ ਦਾ ਜਿਹੜਾ ਦੌਰਾ ਹੋਇਆ ਸੀ ਸਰਦਾਰ ਬਲਕੌਰ ਸਿੰਘ ਦਾ, ਉਸ ਦੌਰਾਨ ਦੋਵਾਂ ਪਰਿਵਾਰਾਂ ਨੂੰ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਵੀ ਵੇਖਿਆ ਗਿਆ, ਜਦੋਂ ਕਿ ਦੋਹੇ ਪਰਿਵਾਰ ਵਿਰੋਧੀ ਗੈਂਗਸ ਦਾ ਨਿਸ਼ਾਨਾ ਬਣੇ, ਯਾਨੀ ਕਿ ਇਹਨਾਂ ਦੇ ਜਿਹੜੇ ਜੀ ਸੀ ਸਿੱਧੂ ਮੂਸੇਵਾਲਾ ਤੇ ਸੰਦੀਪ ਨੰਗਲ ਅੰਬੀਆ। ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜੇ ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਸਰਦਾਰ ਬਲਕੌਰ ਸਿੰਘ ਅਤੇ ਰੁਪਿੰਦਰ ਕੌਰ ਇਕੱਠੇ ਹੋ ਜਾਂਦੇ, ਮੱਲੀਆਂ ਖੁਰਦ ਪਿੰਡ ਕਹਿ ਲਈਏ ਜਾਂ ਫਿਰ ਸੰਦੀਪ ਨੰਗਲ ਅੰਬੀਆਂ ਦਾ ਆਪਣਾ ਪਿੰਡ ਕਹਿ ਲਈਏ, ਇਹ ਸਾਰੇ ਦੇ ਸਾਰੇ ਉਹ ਇਲਾਕੇ ਹੈਗੇ ਨੇ ਜੋ ਕਿ ਦੁਆਬੇ ਦੀ ਇਸ ਹੌਟ ਲੋਕ ਸਭਾ ਸੀਟ ਦਾ ਗੜ੍ਹ ਹੈਗੇ ਨੇ। ਇੱਥੋਂ ਵੋਟਾਂ ਦੇ ਨਫੇ ਨੁਕਸਾਨ ਨੂੰ ਦੇਖਦਿਆਂ ਹੋਇਆਂ ਕਿ ਇਹ ਜਿਹੜੀ 4 ਮਈ ਦੀ ਕਾਰਵਾਈ ਕੀਤੀ ਗਈ ਹੈ, ਬੜਾ ਵੱਡਾ ਸਵਾਲ ਹੈ। ਤੇ ਬੜੇ ਦੁੱਖ ਦੀ ਗੱਲ ਇਹ ਹੈ
ਕਿ ਠੀਕ ਹੈ, ਇੱਕ ਪਾਸੇ ਅਸੀਂ ਸਰਕਾਰ ਦੀ ਜਾਂ ਤਫਤੀਸ਼ੀ ਏਜੰਸੀਆਂ ਦੀ ਇਸ ਕਾਰਵਾਈ ਦੀ ਪ੍ਰੌੜਤਾ ਇਸ ਵਾਸਤੇ ਕਰਦੇ ਹਾਂ ਕਿਉਂਕਿ ਇਨਵੈਸਟੀਗੇਸ਼ਨ ਤਾਂ ਕਈ ਮਹੀਨੇ ਪਹਿਲਾਂ ਹੋ ਚੁੱਕੀ ਹੋਣੀ ਚਾਹੀਦੀ ਸੀ। ਸੁਰਜਨ ਚੱਠੇ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਗ੍ਰਿਫਤਾਰ ਕਰਨਾ ਕਿੰਨਾ ਸਹੀ ਵਾਜਬ ਹੈ ਜਾਂ ਨਹੀਂ ਹੈ, ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਉਹਨਾਂ ਨੂੰ ਤਫਤੀਸ਼ ਦੇ ਵਿੱਚ ਇੱਕ ਡੀਸੈਂਟ ਤਰੀਕੇ ਦੇ ਨਾਲ ਜੁਆਇਨ ਕਰਵਾਇਆ ਜਾ ਸਕਦਾ ਸੀ, ਪੁੱਛਗਿੱਛ ਕੀਤੀ ਜਾ ਸਕਦੀ ਸੀ, ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਜੇ ਲੋੜ ਬਣਦੀ ਸੀ ਤਾਂ ਪਾਈ ਜਾ ਸਕਦੀ ਸੀ। ਇਸ ਤਰੀਕੇ ਦੇ ਨਾਲ ਬਾਹਰ ਬੈਠੇ ਸੱਬਾ ਥੇੜਾ ਨੇ ਜਦੋਂ ਸਤੰਬਰ ਦੇ ਵਿੱਚ ਮੈਨੂੰ ਇੰਟਰਵਿਊ ਦਿੱਤੀ ਸੀ, ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ, ਉਲਟਾ ਉਹਨਾਂ ਨੇ ਆਪਣੀ ਸਥਾਨਕ ਪੁਲਿਸ ਏਜੰਸੀਆਂ ਨੂੰ ਇਸ ਚੀਜ਼ ਦੀ ਸੂਚਨਾ ਦੇਣ ਦੀ ਗੱਲ ਤੱਕ ਮੇਰੇ ਇੰਟਰਵਿਊ ਦੇ ਵਿੱਚ ਕਹੀ ਸੀ ਕਿ ਮੈਨੂੰ ਤਾਂ ਇਸ ਬਾਰੇ ਕੋਈ ਨਹੀਂ ਪਤਾ, ਲੇਕਿਨ ਜੇ ਮੇਰੇ ਖਿਲਾਫ ਕੋਈ ਸਾਜ਼ਿਸ਼ ਇਸ ਤਰੀਕੇ ਦੀ ਹੋ ਰਹੀ ਹੈ ਤਾਂ ਮੈਂ ਇੱਥੋਂ ਦੀ ਲੋਕਲ ਪੁਲਿਸ ਨੂੰ ਦੱਸਾਂਗਾ ਕਿ ਇਸ ਤਰੀਕੇ ਦੀਆਂ ਖਬਰਾਂ ਮੇਰੇ ਬਾਰੇ ਪ੍ਰਚਾਰੀਆਂ ਜਾ ਰਹੀਆਂ ਨੇ। ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਇੱਕ ਸ਼ਿਕਾਇਤ ਸੀ ਮੇਰੀ ਉਸ ਖਬਰ ਦੇ ਪ੍ਰਤੀ, ਜਿਸ ਵਿੱਚ ਕਿ ਮੈਂ ਇਹਨਾਂ ਲੋਕਾਂ ਦੀ ਨਾਮਜ਼ਦਗੀ ਨੂੰ ਲੈ ਕੇ ਜਨਤਕ ਕੀਤੇ ਸੀ ਉਹ ਸਾਰੇ ਦੇ ਸਾਰੇ ਵੇਰਵੇ। ਲੇਕਿਨ ਹੁਣ ਇਸ ਵਕਤ ਸਵਾਲ ਇਹ ਹੈ ਕਿ ਜ਼ਿਮਨੀ ਚੋਣ ਤੋਂ ਪਹਿਲਾਂ ਦੀ ਜਿਹੜੀ ਟਾਈਮਿੰਗ ਹੈ ਕਿ ਇੱਕ ਪੋਲੀਟੀਕਲ ਐਕਸਪੀਡੀਐਂਸੀ ਹੈ ਜਾਂ ਫਿਰ ਆਪਾਂ ਕਹੀਏ ਦੈਟ ਦ ਲਾਅ ਇਜ਼ ਐਕਚੁਅਲੀ ਟੇਕਿੰਗ ਇਟਸ ਓਨ ਕੋਰਸ, ਕਿ ਕਾਨੂੰਨ ਵਾਕਈ ਆਪਣਾ ਰਸਤਾ ਅਖਤਿਆਰ ਕਰਦਾ ਪਿਆ ਹੈ। ਅਜਿਹੀਆਂ ਤਫਤੀਸ਼ਾਂ ਦੇ ਵਿੱਚ ਜਿੱਥੇ ਕਿ ਤੁਸੀਂ ਕਈ ਮਹੀਨੇ ਕਾਰਵਾਈ ਨਾ ਕੀਤੀ ਹੋਵੇ, ਤੁਹਾਡਾ ਇਨਐਕਸ਼ਨ ਬੋਲਦਾ ਹੋਵੇ, ਪੀੜਤ ਪਰਿਵਾਰ ਰੋਂਦੇ ਪਿੱਟਦੇ ਰਹੇ ਹੋਣ, ਉਹਨਾਂ ਕੇਸਾਂ ਦੇ ਵਿੱਚ ਹੁਣ ਚੋਣਾਂ ਤੋਂ ਕੁਝ ਦਿਨ ਪਹਿਲਾਂ ਜਿਹੜੀ ਤੁਹਾਡੀ ਐਕਟਿਵਿਜ਼ਮ ਹੈ, ਜਿਹੜਾ ਐਕਟਿਵ ਮੋਡ ਦੇ ਵਿੱਚ ਤੁਸੀਂ ਆ ਜਾਂਦੇ ਹੋ, ਤੇ ਵੈਸੇ ਤੁਸੀਂ ਪੌਜ਼ ਮੋਡ ਤੇ ਰਹਿੰਦੇ ਹੋ, ਲੇਕਿਨ ਚੋਣਾਂ ਜਦੋਂ ਆਉਂਦੀਆਂ ਨੇ ਤੁਸੀਂ ਐਕਟਿਵ ਮੋਡ ਦਾ ਬਟਨ ਦੱਬ ਦਿੰਦੇ ਹੋ ਤੇ ਪੂਰੀ ਦੀ ਪੂਰੀ ਜਿਹੜੀ ਤਸਵੀਰਾਂ ਵੀ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ, ਖਿੱਚਧੂ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਕੇਸ ਦੇ ਵਿੱਚ ਸੁਰਜਨ ਸਿੰਘ ਚੱਠਾ ਦੀ ਗ੍ਰਿਫਤਾਰੀ ਤੋਂ ਕੀ ਪ੍ਰਾਪਤੀਆਂ ਹੋਣਗੀਆਂ, ਇਸ ਤਫਤੀਸ਼ ਦੇ ਵਿੱਚ ਕਿੱਡੀ ਕੁ ਮਦਦ ਮਿਲੇਗੀ, ਕਿ ਉਹਨਾਂ ਦੇ ਨਾਲ ਦੇ ਜਿਹੜੇ ਕੋ ਐਕਿਊਜ਼ਡ ਹੈਗੇ ਨੇ ਸੁੱਖਾ ਮਾਨ ਜਾਂ ਫਿਰ ਸੱਬਾ ਥੇੜਾ, ਹੁਣ ਗੱਲਬਾਤ ਉਹਨਾਂ ਤੱਕ ਵੀ ਆਏਗੀ। ਸੰਦੀਪ ਨੰਗਲ ਅੰਬੀਆਂ ਕੇਸ ਦੀ ਜਿਹੜੀ ਤਫਤੀਸ਼ ਹੈ ਉਸ ਦੇ ਵਿੱਚ ਜਿਹੜੇ ਮੇਨ ਸ਼ੂਟਰ ਅਜੇ ਤੱਕ ਕਾਬੂ ਨਹੀਂ ਆਏ ਹੈਗੇ ਨੇ। ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਹੈਰੀ ਮੌੜ ਯਾਨੀ ਕਿ ਹੈਰੀ ਬਠਿੰਡਾ ਤੇ ਹੈਰੀ ਰਾਜਪੁਰਾ, ਇਹ ਦੋ ਗੈਂਗਸਟਰ ਹੈਗੇ ਨੇ ਜਿਨ੍ਹਾਂ ਨੇ ਐਕਚੁਅਲ ਦੇ ਵਿੱਚ ਗੋਲੀਆਂ ਚਲਾਈਆਂ। ਪੁਲਿਸ ਨੇ, ਮੈਂ ਬਿਆਨ ਪੜ੍ਹ ਰਿਹਾ ਸੀ ਪੁਲਿਸ ਦਾ, 11 ਕੁੱਲ ਮੁਲਜ਼ਮ ਇਸ ਕੇਸ ਦੇ ਵਿੱਚ ਗ੍ਰਿਫਤਾਰ ਕੀਤੇ ਨੇ। ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਸਾਰੇ ਵੈਪਨ ਤੇ ਹਥਿਆਰ ਜਿਹੜੇ ਹੈਗੇ ਨੇ ਰਿਕਵਰ ਹੋ ਚੁੱਕੇ ਨੇ, ਲੇਕਿਨ ਮੇਰੀ ਜਾਣਕਾਰੀ ਦੇ ਮੁਤਾਬਕ ਇੱਕ ਜਿਹੜਾ ਮੇਨ .30 ਦਾ ਜਿਹੜਾ ਵੈਪਨ ਹੈ, ਪਿਸਟਲ ਹੈ, ਜਿਸ ਦੇ ਨਾਲ ਸੰਦੀਪ ਨੰਗਲ ਅੰਬੀਆਂ ਨੂੰ ਸਭ ਤੋਂ ਜ਼ਿਆਦਾ ਗੋਲੀਆਂ ਹੈਰੀ ਬਠਿੰਡੇ ਯਾਨੀ ਕਿ ਹੈਰੀ ਮੌੜ ਨੇ ਮਾਰੀਆਂ, ਉਹ ਵੈਪਨ ਅਜੇ ਤੱਕ ਵੀ ਸ਼ਾਇਦ ਇਸ ਇਨਵੈਸਟੀਗੇਸ਼ਨ ਦਾ ਹਿੱਸਾ ਨਹੀਂ ਬਣ ਸਕਿਆ। ਸੋ ਇਹ ਮੇਨ ਸ਼ੂਟਰ ਅਜੇ ਫੜੇ ਜਾਣੇ ਬਾਕੀ ਨੇ। ਜਿਹੜੇ ਦੋ ਸੋ ਕਾਲਡ ਕਥਿਤ ਸਾਜ਼ਿਸ਼ਕਾੜੇ ਹੈਗੇ ਨੇ ਅਲੋਂਗ ਵਿਦ ਸੁਰਜਨ ਚੱਠਾ, ਉਹ ਇਸ ਵਕਤ ਕੈਨੇਡਾ ਤੇ ਅਮਰੀਕਾ ਦੇ ਵਿੱਚ ਬੈਠੇ ਨੇ। ਇਹਨਾਂ ਕੇਸਾਂ ਦੇ ਵਿੱਚ ਸੁਰਜਨ ਸਿੰਘ ਚੱਠਾ ਦੀ ਗ੍ਰਿਫਤਾਰੀ ਤੋਂ ਕੁਛ ਨਾ ਕੁਛ ਤਾਂ ਅੱਗੇ ਚਲੋ ਪੜਤਾਲ ਵਧੇਗੀ, ਇਸ ਚੀਜ਼ ਨੂੰ ਆਪਾਂ ਮੰਨ ਕੇ ਚੱਲ ਸਕਦੇ ਹਾਂ। ਲੇਕਿਨ ਇਸ ਚੀਜ਼ ਦੀ ਕੀ ਗਾਰੰਟੀ ਹੈ ਕਿ ਚੋਣਾਂ ਖਤਮ ਹੁੰਦੇ ਹੀ ਜਾਂ ਚੋਣਾਂ ਤੋਂ ਬਾਅਦ ਇਸ ਕੇਸ ਦੇ ਵਿੱਚ ਜਿਹੜੀ ਸਕਰੀਅਤਾ ਪੁਲਿਸ ਜਾਂ ਸਰਕਾਰ ਦਿਖਾ ਰਹੀ ਹੈ ਉਹ ਉਵੇਂ ਹੀ ਬਰਕਰਾਰ ਰੱਖੇਗੀ। ਜਿਹੜੀ ਸੁਹਿਰਦਤਾ ਕਈ ਮਹੀਨਿਆਂ ਦੌਰਾਨ ਪੁਲਿਸ ਦੇ ਵਿੱਚ, ਸਥਾਨਕ ਪੁਲਿਸ ਜਿਸ ਨੇ ਇਸ ਮਾਮਲੇ ਦੀ ਤਫਤੀਸ਼ ਕੀਤੀ ਹੈ ਜਾਂ ਫਿਰ ਸਰਕਾਰਾਂ ਦੇ ਪੱਖੋਂ ਨਹੀਂ ਦੇਖੀ ਗਈ, ਉਹ ਚੋਣਾਂ ਤੋਂ ਕੁਝ ਦਿਨ ਪਹਿਲਾਂ ਦਿਸਦੀ ਹੈ ਤੇ ਚੋਣਾਂ ਖਤਮ ਹੋਣ ਤੋਂ ਬਾਅਦ ਉਸ ਦਾ ਕੀ ਹਸ਼ਰ ਹੋਏਗਾ, ਕੀ ਇਹ ਕੇਸ ਲੌਜੀਕਲ ਕਨਕਲੂਜਨ ਤੱਕ ਯਾਨੀ ਕਿ ਸਿੱਟੇ ਤੱਕ ਪਹੁੰਚਾਏ ਜਾ ਸਕਣਗੇ, ਇਹ ਬੜੇ ਵੱਡੇ ਸਵਾਲ ਨੇ। ਇੱਕ ਹੋਰ ਜਿਹੜਾ ਅਹਿਮ ਕੁਐਸਚਨ ਖੜਾ ਹੁੰਦਾ ਹੈ ਉਹ ਸਾਡੀ ਪੋਲੀਟੀਕਲ ਐਕਸਪੀਡੀਐਂਸੀ, ਸਾਡੀ ਰਾਜਨੀਤਿਕ ਪਾਰਟੀਆਂ, ਜਿਹੜੇ ਰਾਜਨੀਤਿਕ ਲੀਡਰ ਹੈਗੇ ਨੇ ਉਹਨਾਂ ਦੀ ਸੋਚ ਦੇ ਨਾਲ ਜੁੜਦਾ ਹੈ। ਤੁਸੀਂ ਕਿਸੇ ਵੀ ਮਾਮਲੇ, ਕੋਈ ਵੀ ਖਾਸ ਕਰਕੇ ਅਪਰਾਧਿਕ ਜਿਹੜਾ ਮਾਮਲਾ ਹੁੰਦਾ ਹੈ, ਉਸ ਦੇ ਵਿੱਚ ਕਾਨੂੰਨ ਨੂੰ ਆਪਣਾ ਕੰਮ ਕਰਨ ਕਿਉਂ ਨਹੀਂ ਦਿੰਦੇ ਹੋ? ਤੁਹਾਡੇ ਜਿਹੜੇ ਕੰਸਰਨਸ ਹੁੰਦੇ ਨੇ, ਤੁਹਾਡੇ ਈਵਨ ਏਜੰਸੀਆਂ ਜਿਹੜੀਆਂ ਐਡੀਆਂ ਪੋਲੀਟੀਸਾਈਜ਼ ਹੋ ਚੁੱਕੀਆਂ ਨੇ। ਪੰਜਾਬ ਪੁਲਿਸ ਦੀ ਪੋਲੀਟੀਸਾਈਜੇਸ਼ਨ ਦੇ ਬਾਰੇ ਤਾਂ ਕੋਈ ਸੰਸਾ ਬਚਿਆ ਹੀ ਨਹੀਂ ਹੁਣ ਹੈਗਾ, ਲੇਕਿਨ ਅਜਿਹੀਆਂ ਪੋਲੀਟੀਸਾਈਜ਼ਡ ਜਿਹੜੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਹੁੰਦੀਆਂ ਨੇ ਉਹ ਵੀ ਸਰਕਾਰਾਂ ਦਾ, ਲੀਡਰਾਂ ਦਾ ਮੂੰਹ ਵੇਖ ਕੇ ਆਪਣਾ ਕੰਮ ਕਰਦੀਆਂ ਨੇ। ਜਦੋਂ ਕਿ ਸੁਰਜਨ ਚੱਠੇ ਦੇ ਪੰਜਾਬ ਦੇ ਵਿੱਚ, ਜਲੰਧਰ ਇਲਾਕੇ ਦੇ ਵਿੱਚ ਕਈ ਮਹੀਨਿਆਂ ਤੋਂ ਹੋਣ ਦੀਆਂ ਜਾਣਕਾਰੀਆਂ ਬਹੁਤ ਕਲੀਅਰ ਪੱਧਰ ਉੱਤੇ ਮਿਲ ਰਹੀਆਂ ਸਨ ਪੁਲਿਸ ਨੂੰ, ਲੇਕਿਨ ਪਹਿਲਾਂ ਇਹ ਕਾਰਵਾਈ ਨਹੀਂ ਕੀਤੀ ਗਈ ਤੇ ਇੱਕ ਸਮੇਂ ਦੀ, ਇੱਕ ਉਪਯੁਕਤ ਸਮੇਂ ਦੀ ਉਡੀਕ ਕੀਤੀ ਜਾਂਦੀ ਹੈ। ਸੋ ਕੀ ਆਪਾਂ ਸੋਚ ਕੇ ਚੱਲੀਏ ਕਿ ਜਦੋਂ ਤੱਕ ਪੰਜਾਬ ਦੇ ਵਿੱਚ ਕੋਈ ਜ਼ਿਮਨੀ ਚੋਣ ਨਾ ਸਾਹਮਣੇ ਹੋਵੇ, ਕੋਈ ਵਿਧਾਨ ਸਭਾ ਜਾਂ ਲੋਕ ਸਭਾ ਦੀ ਬਾਈ ਇਲੈਕਸ਼ਨ ਜਾਂ ਫਿਰ ਕੋਈ ਪਾਰਲੀਮੈਂਟ ਦੀ ਇਲੈਕਸ਼ਨ, ਕੋਈ ਵਿਧਾਨ ਸਭਾ ਦੀ ਜਨਰਲ ਇਲੈਕਸ਼ਨ, ਜਦ ਤੱਕ ਇਹ ਚੋਣਾਂ ਸਾਹਮਣੇ ਨਹੀਂ ਹੁੰਦੀਆਂ ਤਦ ਤੱਕ ਸਰਕਾਰਾਂ ਨੇ ਆਪਣੇ ਉਸ ਪੌਜ਼ ਮੋਡ ਤੋਂ ਉਸ ਐਕਟਿਵ ਮੋਡ ਦੇ ਵਿੱਚ ਆਉਣਾ ਹੀ ਨਹੀਂ ਹੁੰਦਾ। ਤੇ ਅੱਜ ਵੀ ਇਸ ਚੀਜ਼ ਦੀ ਗਾਰੰਟੀਜ਼ ਲੈਣੀਆਂ ਬੜੀਆਂ ਜ਼ਰੂਰੀ ਨੇ, ਕਮਿਟਮੈਂਟਸ ਲੈਣੀਆਂ ਜ਼ਰੂਰੀ ਨੇ ਕਿ ਇਸ ਨਿਜ਼ਾਮ ਦੇ ਵਿੱਚ ਸਰਕਾਰ ਤੇ ਉਸਦੇ ਅਦਾਰੇ ਜਿਹੜੇ ਕੰਮ ਕਰ ਰਹੇ ਨੇ, ਅਫਸਰ ਜਿਹੜੇ ਕੰਮ ਕਰ ਰਹੇ ਨੇ, ਉਹਨਾਂ ਨੂੰ ਇਸ ਤਰੀਕੇ ਦੀ ਪੋਲੀਟੀਕਲ ਐਕਸਪੀਡੀਐਂਸੀਜ਼ ਜਾਂ ਮੌਕੇ ਤਲਾਸ਼ਣ ਦੀ ਲੋੜ ਨਾ ਹੋਵੇ। ਇਹ ਗੁੰਜਾਇਸ਼ ਹੀ ਸਾਡੇ ਸਿਸਟਮ ਦੇ ਵਿੱਚ ਨਹੀਂ ਹੋਣੀ ਚਾਹੀਦੀ। ਤੁਸੀਂ ਕਿਸੇ ਵੀ ਘਟਨਾ ਦੇ ਨਾਲ ਜੁੜੀ ਹੋਈ ਜਿਹਦੀ ਵੀ ਬਣਦੀ ਕਾਰਵਾਈ ਹੈ ਉਸ ਨੂੰ ਲੌਜੀਕਲ, ਸਟੈਪ ਬਾਏ ਸਟੈਪ, ਸਟੇਜ ਬਾਏ ਸਟੇਜ, ਸਮੇਂ ਦੀ ਮਿਆਦ ਦੇ ਵਿੱਚ ਰਹਿ ਕੇ ਕਰੋ। ਸੋ ਅੱਜ ਸਵਾਲ ਇਸ ਵਾਸਤੇ ਉੱਠ ਰਹੇ ਨੇ, ਬਹੁਤ ਲੋਕ ਇਹ ਸਮਝ ਰਹੇ ਹੋਣਗੇ ਕਿ ਆਪਾਂ ਇੱਕ ਪਾਸੇ ਤੱਕ ਗੱਲ ਕਰਦੇ ਸੀਗੇ ਕਿ ਸੁਰਜਨ ਚੱਠਾ ਤੇ ਸਾਰੇ ਲੋਕਾਂ ਨੂੰ ਬੁੱਕ ਕਰ ਲਿਆ ਗਿਆ, ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ, ਇਹਨਾਂ ਤੋਂ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ, ਤੇ ਅੱਜ ਆਪਾਂ ਸਵਾਲ ਕਿਉਂ ਚੱਕ ਰਹੇ ਹਾਂ?
ਜੇ ਟਾਈਮਿੰਗ ਠੀਕ ਨਹੀਂ ਹੋਏਗੀ, ਜੇ ਟਾਈਮਿੰਗ ਦੇ ਵਿੱਚ ਤੁਸੀਂ ਸਿਆਸੀ ਆਪਣੇ ਲਾਹੇ ਜਾਂ ਸਿਆਸੀ ਮੁਨਾਫੇ ਜਾਂ ਸਿਆਸੀ ਮਕਸਦ ਟਟੋਲਦੇ ਪਏ ਹੋ ਤਾਂ ਫਿਰ ਸਵਾਲ ਉੱਠਣਗੇ ਤੇ ਉਹਨਾਂ ਮਕਸਦਾਂ ਦੀ ਪੂਰਤੀ ਤੋਂ ਬਾਅਦ ਯਾਨੀ ਕਿ ਖਤਮ ਹੋਣ ਤੋਂ ਬਾਅਦ, ਉਹਨਾਂ ਸਮਿਆਂ ਦੇ, ਉਹਨਾਂ ਇਲੈਕਸ਼ਨਾਂ ਦੇ ਬੀਤਣ ਤੋਂ ਬਾਅਦ ਤੁਸੀਂ ਇਹਨਾਂ ਕੇਸਾਂ ਦੀ ਤਫਤੀਸ਼ਾਂ ਨੂੰ ਲੈ ਕੇ ਕਿੱਡੇ ਕੁ ਸੀਰੀਅਸ ਹੋਵੋਗੇ, ਕਿੱਡੇ ਕੁ ਗੰਭੀਰ ਹੋਵੋਗੇ, ਇਸ ਉੱਤੇ ਵੀ ਬਹੁਤ ਵੱਡੇ ਸਵਾਲ ਹੈਗੇ ਨੇ। ਅੱਜ ਮੈਂ ਰੁਪਿੰਦਰ ਕੌਰ ਹੋਣਾ ਦਾ, ਸੰਦੀਪ ਨੰਗਲੰਬੀਆਂ ਦੀ ਧਰਮ ਪਤਨੀ ਦਾ ਇੱਕ ਬਿਆਨ ਸੁਣ ਰਿਹਾ ਸੀ, ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਹੋਣਾ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ, ਜਿਸ ਵਿੱਚ ਕਿ ਉਹਨਾਂ ਨੇ ਸੰਦੀਪ ਨੰਗਲੰਬੀਆਂ ਕਤਲ ਕੇਸ ਦੇ ਵਿੱਚ ਇਨਸਾਫ ਦਾ ਭਰੋਸਾ ਜਿਹੜਾ ਸੀ ਦਵਾਇਆ ਤੇ ਉਸ ਤੋਂ ਕੁਝ ਹੀ ਦਿਨ ਬਾਅਦ ਇਹ ਕਾਰਵਾਈ ਹੋ ਜਾਂਦੀ ਹੈ। ਜੇ ਸ਼ਕਤੀਸ਼ਾਲੀ ਲੀਡਰਾਂ ਜਾਂ ਮੁੱਖ ਮੰਤਰੀ ਦੇ ਰਿਸ਼ਤੇਦਾਰਾਂ ਦੇ ਦਖਲ ਤੋਂ ਬਾਅਦ ਹੀ ਐਡੇ ਗੰਭੀਰ, ਸੰਜੀਦਾ ਤੇ ਸੈਂਸਿਟਿਵ ਮਰਡਰ ਕੇਸਾਂ ਦੀ ਇਨਵੈਸਟੀਗੇਸ਼ਨਸ ਨੇ ਅੱਗੇ ਵਧਣਾ ਹੈ ਜਾਂ ਮੈਂ ਕਹਾਂਗਾ ਕਿ ਸਰਕਣਾ ਹੈ, ਤਾਂ ਫਿਰ ਬੇਸ਼ੱਕ ਸੰਦੀਪ ਨੰਗਲੰਬੀਆਂ ਦਾ ਪਰਿਵਾਰ, ਉਹਨਾਂ ਦੇ ਫੈਨ, ਰਿਸ਼ਤੇਦਾਰ, ਦੁਨੀਆ ਭਰ ਦੇ ਵਿੱਚ ਵਸੇ ਹੋਏ ਕਬੱਡੀ ਪ੍ਰੇਮੀ ਜਿਹੜੇ ਹੈਗੇ ਨੇ, ਮੋਮੈਂਟਰੀ ਲੈਵਲ ਦੇ ਉੱਤੇ ਇੱਕ ਵਧਾਈ ਦੇ ਪਾਤਰ ਹੋ ਸਕਦੇ ਨੇ, ਯਾਨੀ ਕਿ ਕੁਝ ਸਮੇਂ ਲਈ ਵਧਾਈ ਦੇ ਪਾਤਰ ਹੋ ਸਕਦੇ ਨੇ, ਲੇਕਿਨ ਇਸ ਚੀਜ਼ ਦੀ ਕੋਈ ਗਾਰੰਟੀ ਨਹੀਂ ਹੈ ਕਿ ਅੱਗੇ ਕਾਰਵਾਈ ਇੱਕ ਸਿੱਟਾ ਮੁਖੀ ਕਾਰਵਾਈ ਹੋਏਗੀ। ਕਿਉਂਕਿ ਇਹ ਮੈਂ ਗੱਲ ਜਾਂਦੇ ਜਾਂਦੇ ਇਸ ਰਿਪੋਰਟ ਵਿੱਚ ਜ਼ਰੂਰ ਕਹਿਣਾ ਚਾਹਾਂਗਾ ਕਿ ਇਹਨਾਂ ਕੇਸਾਂ ਦੇ ਵਿੱਚ ਮੈਂ ਇਹਨਾਂ ਨਾਮਜ਼ਦਗੀਆਂ ਨੂੰ ਮਹੱਤਵਪੂਰਨ ਨਹੀਂ ਮੰਨਦਾ, ਮੈਂ ਇਹਨਾਂ ਗ੍ਰਿਫਤਾਰੀਆਂ ਨੂੰ ਮਹੱਤਵਪੂਰਨ ਨਹੀਂ ਮੰਨਦਾ। ਫਾਈਨਲੀ ਸਾਨੂੰ ਇੱਕ ਅਜਿਹੇ ਸਿਸਟਮ ਦੀ ਲੋੜ ਹੈ ਜਿਸ ਵਿੱਚ ਕਿ ਅਸੀਂ ਦੋਸ਼ੀਆਂ ਨੂੰ ਸਹੀ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਇੱਕ ਲੌਜੀਕਲ ਲੀਗਲ ਕੋਰਸ ਤੋਂ ਗੁਜ਼ਾਰਦੇ ਹੋਏ ਅਦਾਲਤਾਂ ਦੇ ਵਿੱਚ ਉਹਨਾਂ ਦੇ ਖਿਲਾਫ ਜਿਹੜੇ ਸਬੂਤ ਉਹਨਾਂ ਨੂੰ ਪ੍ਰਮਾਣਿਤ ਕਰ ਸਕੀਏ, ਉਹਨਾਂ ਨੂੰ ਸਾਬਤ ਕਰ ਸਕੀਏ ਤੇ ਫਿਰ ਉਹਨਾਂ ਨੂੰ ਸਜ਼ਾਵਾਂ ਦਵਾ ਸਕੀਏ। ਇਹ ਇੱਕ ਅਸਲ ਵੱਟੀ ਹੈ। ਨਹੀਂ ਤਾਂ ਜੇਲ੍ਹਾਂ ਦੇ ਵਿੱਚ ਤਾਂ ਗੈਂਗਸਟਰ ਵੀ ਬੇਅਦਬੀ ਦੇ, ਕੱਲ੍ਹ ਦੀ ਮੇਰੀ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਬੇਅਦਬੀ ਦੇ ਦੋਸ਼ੀਆਂ ਦੀ ਸਜ਼ਾਵਾਂ ਤਾਂ ਜੇਲ੍ਹਾਂ ਦੇ ਵਿੱਚ ਗੈਂਗਸਟਰਾਂ ਨੇ ਦੇ ਦੇਣੀਆਂ ਹੈਗੀਆਂ ਨੇ, ਸੜਕਾਂ ਤੇ ਦੇ ਦੇਣੀਆਂ ਹੈਗੀਆਂ ਨੇ, ਉਹਨਾਂ ਨੇ ਆਪਣੀ ਕੁਦਰਤੀ ਮੌਤਾਂ ਮਰ ਜਾਣਾ ਹੈਗਾ। ਲੇਕਿਨ ਸਿਸਟਮ, ਨਿਜ਼ਾਮ, ਜਿਹੜੀ ਵਿਵਸਥਾ ਹੈ, ਕਾਨੂੰਨ ਵਿਵਸਥਾ ਹੈ, ਉਸ ਨੇ, ਨਿਆਂ ਪ੍ਰਣਾਲੀ ਜਿਹੜੀ ਹੈਗੀ, ਉਸ ਨੇ ਆਪਣਾ ਕੰਮ ਲੌਜੀਕਲੀ ਕਰਨਾ ਹੈ ਜਾਂ ਨਹੀਂ ਕਰਨਾ ਹੈ। ਇਸ ਵਕਤ ਦਾ ਸਵਾਲ ਇਹ ਹੈ, ਚੋਣਾਂ ਦਾ ਮੁਹਤਾਜ ਸਾਡੀ ਨਿਆਂ ਪ੍ਰਣਾਲੀ ਨੂੰ ਹੋਣ ਦੀ ਲੋੜ ਨਹੀਂ। ਅਜਿਹੇ ਪੁਲਿਸ ਅਫਸਰ, ਮੈਂ ਅੱਜ ਜਲੰਧਰ ਰੂਰਲ, ਜਲੰਧਰ ਦਿਹਾਤੀ ਦਾ ਇਲਾਕਾ, ਪੂਰਾ ਦਾ ਪੂਰਾ ਇਲਾਕਾ ਜਲੰਧਰ ਅੰਮ੍ਰਿਤਸਰ ਰੂਰਲ ਦਾ ਇਲਾਕਾ ਹੈ ਜਿੱਥੇ ਕਿ ਜਿਹਨਾਂ ਏਰੀਆਜ਼ ਦੇ ਵਿੱਚ ਘਟਨਾਵਾਂ ਹੋਈਆਂ, ਮੈਂ ਇੱਥੇ ਦੇ ਪੁਲਿਸ ਅਫਸਰਾਂ ਨੂੰ ਵੀ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਪੋਲੀਟੀਕਲ ਐਕਸਪੀਡੀਐਂਸੀ ਨੂੰ ਧਿਆਨ ਵਿੱਚ ਰੱਖ ਕੇ ਹੋਏ ਆਪਣੀ ਜਿਹੜੀਆਂ ਕਾਰਵਾਈਆਂ, ਤੁਸੀਂ ਸਮੇਂ-ਸਮੇਂ ਤੇ ਤੁਹਾਡਾ ਟੌਪ ਗੇਅਰ ਲੱਗ ਜਾਂਦਾ ਤੇ ਉਸ ਤੋਂ ਬਾਅਦ ਤੁਸੀਂ ਲੋ ਗੇਅਰ ਦੇ ਵਿੱਚ, ਪੌਜ਼ ਮੋਡ ਦੇ ਵਿੱਚ ਆ ਜਾਂਦੇ ਹੋ। ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਨੇ। ਕਾਰਵਾਈਆਂ ਲੌਜੀਕਲ, ਕਿਸੇ ਵੀ ਕ੍ਰਿਮੀਨਲ ਇਨਵੈਸਟੀਗੇਸ਼ਨ ਨੂੰ ਉਸ ਦੇ ਇੱਕ ਲੌਜੀਕਲ ਮੁਕਾਮ ਤੱਕ ਪਹੁੰਚਾਉਣ ਲਈ ਇੱਕ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਦੀ ਲੋੜ ਹੈ। ਅਦਾਲਤਾਂ ਦੇ ਵਿੱਚ ਇਹ ਲੋਕਾਂ ਨੂੰ ਸਜ਼ਾਵਾਂ ਦਿਵਾਉਣ ਜਾਂ ਇਹਨਾਂ ਦੇ ਖਿਲਾਫ ਜਿਹੜੇ ਚਾਰਜਸ ਸਾਬਿਤ ਕਰਨਾ, ਕਿਸੇ ਪਰਿਵਾਰ ਦੇ ਦਬਾਅ ਵਿੱਚ ਆ ਕੇ ਜੇ ਇਨਵੈਸਟੀਗੇਸ਼ਨਾਂ ਤੁਸੀਂ ਸ਼ੁਰੂ ਕਰਦੇ ਹੋ, ਲੋਕਾਂ ਨੂੰ ਨਾਮਜ਼ਦ ਕਰਦੇ ਹੋ, ਫਿਰ ਤੁਹਾਨੂੰ ਉਹਨਾਂ ਦੇ ਜਨਤਕ ਵੇਰਵੇ ਸ਼ੇਅਰ ਕਰਦੇ ਹੋਏ ਵੀ ਡਰ ਲੱਗਦਾ ਹੈ, ਤੁਹਾਨੂੰ ਸ਼ਰਮ ਆਉਂਦੀ ਹੈ ਜਾਂ ਤੁਸੀਂ ਉਹਨਾਂ ਨੂੰ ਲੁਕਾ ਛੁਪਾ ਕੇ ਰੱਖਦੇ ਹੋ। ਜਦੋਂ ਬਾਈ ਇਲੈਕਸ਼ਨ ਆ ਜਾਂਦਾ ਤਾਂ ਫਿਰ ਤੁਸੀਂ ਗ੍ਰਿਫਤਾਰੀਆਂ ਖਿੱਚ ਧੂ ਕੇ ਵੀ ਉਹ ਲੋਕਾਂ ਨੂੰ ਫੜਦੇ ਵੀ ਹੋ ਤੇ ਉਹਨਾਂ ਦੀ ਵੀਡੀਓਜ਼ ਵੀ ਬਣਦੀਆਂ ਨੇ। ਸੋ ਜੇ ਇਹੀ ਤੰਤਰ ਤੇ ਇਹੀ ਸਿਸਟਮ ਨੇ ਚੱਲਣਾ, ਮੈਨੂੰ ਨਹੀਂ ਲੱਗਦਾ ਕਿ ਇਨਸਾਫ ਇਹਨਾਂ ਕੇਸਾਂ ਦੇ ਵਿੱਚ ਹੋ ਪਾਏਗਾ। ਲੇਕਿਨ ਫਾਈਨਲੀ ਜੇ ਫਾਈਨਲ ਵਰਡ ਪੁੱਛੋ, ਇੱਕ ਤਸੱਲੀ ਦੀ ਗੱਲ ਜ਼ਰੂਰ ਹੈ ਕਿ ਇਸ ਕੇਸ ਦੇ ਵਿੱਚ ਠੀਕ ਹੈ, ਰਾਜਨੀਤਿਕ ਮਕਸਦ ਦੇ ਕਾਰਨ ਹੀ ਸਹੀ ਕਾਰਵਾਈ ਥੋੜੀ ਜਿਹੀ ਅੱਗੇ ਤੁਰੀ ਹੈ, ਲੇਕਿਨ ਲੌਂਗ ਟਰਮ ਤੱਕ, ਦੂਰ ਤੱਕ ਇਹ ਕਾਰਵਾਈ ਅੱਗੇ ਜਾਏਗੀ, ਇੱਕ ਸਿੱਟਾ ਮੁਖੀ ਕਾਰਵਾਈ ਹੋਏਗੀ। ਇਸ ਗੱਲ ਨੂੰ ਲੈ ਕੇ ਮੇਰੇ ਮਨ ਦੇ ਵਿੱਚ ਅਜੇ ਵੀ ਬੜੇ ਵੱਡੇ ਸੰਸੇ ਬਾਕੀ ਹੈਗੇ ਨੇ। ਸੋ ਜੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਾਂਗੇ, ਆਉਣ ਵਾਲੇ ਦਿਨ, ਹਫ਼ਤੇ, ਮਹੀਨਿਆਂ ਦੇ ਵਿੱਚ ਇਹ ਤਫਤੀਸ਼ ਤੇ ਇਹ ਜਿਹੜੀ ਸਕਰੀਅਤਾ ਪੁਲਿਸ ਦੀ ਇਸ ਕਾਰਵਾਈ ਦੇ ਵਿੱਚ ਆਈ ਹੈ, ਕਿੰਨੀ ਕੁ ਕੌਨਸੀਕੁਐਂਸ਼ੀਅਲ ਹੁੰਦੀ ਹੈ, ਕਿੰਨੀ ਕੁ ਸਿੱਟਾ ਮੁਖੀ ਹੁੰਦੀ ਹੈ। ਇਸੇ ਨੋਟ ਦੇ ਉੱਤੇ ਅੱਜ ਦੀ ਰਿਪੋਰਟ ਨੂੰ ਆਪਾਂ ਰੋਕਦੇ ਹਾਂ। ਟੀਲੂ ਤਾਜਪੁਰੀਏ ਦੇ ਮਰਡਰ ਨਾਲ ਜੁੜੀ ਹੋਈ ਇੱਕ ਜਿਹੜੀ 2 ਪਾਰਟ ਹੈ, 3 ਪਾਰਟ ਦੀ ਸੀਰੀਜ਼ ਹੈ, ਉਹ ਛੇਤੀ ਥੋੜੀ ਨਜ਼ਰ ਕਰਾਂਗਾ। ਬਹੁਤ ਬਹੁਤ ਧੰਨਵਾਦ ਇਸ ਚੈਨਲ ਨੂੰ, ਇਸ ਰਿਪੋਰਟ ਨੂੰ ਵੇਖਣ ਲਈ। ਥੈਂਕ ਯੂ ਸੋ ਮਚ।